ਸਾਡਾ ਪ੍ਰਬੰਧ ਕੀਤਾ ਹੈ। ਗ੍ਰਹਿਸਥ ਜੀਵਨ ਦੇ ਵਿੱਚ ਤਿੰਨ ਗੱਲਾਂ ਨੇ, ਚਿੰਤਾ, ਉਦਾਸੀ ਅਤੇ ਅਹੰਕਾਰ। ਧਿਆਨ ਨਾਲ ਸੁਣਨਾ। ਚਿੰਤਾ, ਉਦਾਸੀ, ਅਹੰਕਾਰ। ਕਦੋਂ ਅਸੀਂ ਉਦਾਸ ਹੁੰਦੇ ਹਾਂ? ਸਾਨੂੰ ਕੋਈ ਅਸੀਂ ਇੱਛਾ ਚਿਤਵੀ ਕਿ ਮੈਨੂੰ ਮਿਲਣੀ ਚਾਹੀਦੀ, ਨਹੀਂ ਮਿਲੀ, ਚਿੱਤ ਉਦਾਸ ਹੋ ਗਿਆ। ਚਿੰਤਾ ਕਰ ਰਿਹਾ ਵੀ ਆਹ ਚੀਜ਼ ਘੱਟ ਹੈ, ਔਰ ਜਦੋਂ ਵੱਧ ਗਈ ਹੰਕਾਰ ਹੋ ਗਿਆ ਵੀ ਇਹ ਚੀਜ਼ ਮੈਥੋਂ ਛੁੱਟਣੀ ਨਹੀਂ ਚਾਹੀਦੀ, ਮੇਰੇ ਕੋਲ ਹੀ ਰਹਿਣੀ ਚਾਹੀਦੀ ਹੈ, ਤਾਂ ਵੀ ਉਦਾਸੀ ਬਣਦੀ ਹੈ। ਹੁਣ ਮਹਾਰਾਜ ਕਹਿੰਦੇ ਵੀ ਚਿੰਤਾ ਵੀ ਅਕਾਲ ਪੁਰਖ ਵਾਹਿਗੁਰੂ ਕਰਦਾ, ਹਉਮੈ ਤੂੰ ਛੱਡ ਦੇ, ਉਦਾਸੀ ਤੈਨੂੰ ਆਉਣੀ ਨਹੀਂ ਹੈ। ਤਿੰਨਾਂ ਚੀਜ਼ਾਂ ਤੋਂ ਡਰਦੇ ਭੱਜੇ ਸੀ ਉਹ। ਜਿਹੜੇ ਗ੍ਰਹਿਸਥ ਛੱਡ ਕੇ ਭੱਜਦੇ ਨਾ, ਉਹਨਾਂ ਨੂੰ ਵੀ ਪ੍ਰੋਬਲਮ ਹੈ। ਉਹ ਕਦੇ ਸੁਣ ਕੇ ਦੇਖੋ ਉਹਨਾਂ ਦੀ, ਵੈਸੇ ਹੁੰਦੀ ਉਹਨਾਂ ਨੂੰ ਵੀ ਹੈ। ਕੀ ਕਹਿੰਦੇ ਨੇ ਵੀ ਆਪਾਂ ਨੂੰ ਟੈਨਸ਼ਨ ਹੀ ਨਹੀਂ ਕੋਈ, ਆਪਣੇ ਕਿਹੜਾ ਕੋਈ ਪਰਿਵਾਰ ਹੈ, ਆਪਾਂ ਨੂੰ ਵੀ, ਆਪਾਂ ਤਾਂ ਮਸਤ ਹਾਂ। ਇਹ ਨਹੀਂ ਹੁੰਦਾ। ਸੋ ਅਕਾਲ ਪੁਰਖ ਵਾਹਿਗੁਰੂ ਵੱਡਾ ਗ੍ਰਹਿਸਥੀ ਹੈ, ਆਪਾਂ ਸਾਰੇ ਉਹਦੇ ਪਰਿਵਾਰ ਕਹਿੰਦੇ ਕਿ ਨਾ, ਏਕ ਪਿਤਾ ਏਕ ਸਕੇ ਹਮ। ਫਿਰ ਅਸੀਂ ਉਹਦੇ ਬੱਚੇ, ਹੁਣ ਆਪਣੀ ਪਾਲਣਾ ਨਹੀਂ ਕਰਦਾ। ਉਹ ਕੀ ਨਹੀਂ ਦਿੱਤਾ, ਸੋ ਕਿਉਂ ਵਿਸਰੈ ਜਿਨ ਸਭ ਕੁਛ। ਨਾਲੇ ਤਾਂ ਹੈ ਪਿਤਾ ਜਿਹਦੇ ਕੋਲ ਕੋਈ ਘਾਟ ਹੀ ਨਹੀਂ, ਮੰਗੋ ਤੁਸੀਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ। ਪਰ ਅਸੀਂ ਜੇ ਮੰਗਣ ਦੀ ਸਾਡੀ ਬਿਰਤੀ ਠੀਕ ਨਹੀਂ ਹੈ, ਸਾਨੂੰ ਸਮਝ ਹੀ ਨਹੀਂ ਹੈ। ਅਸੀਂ ਗੁਰੂ ਦੀ ਉਸ ਗੱਲ ਦੇ ਉੱਤੇ ਪਹਿਰਾ ਦੇਣ ਨੂੰ ਤਿਆਰ ਹੀ ਨਹੀਂ ਹਾਂ। ਅਸੀਂ ਘੇਰੇ 'ਚ ਹੀ ਨਹੀਂ ਆਉਂਦੇ। ਸਿੱਖ ਹੋ ਕੇ ਵੀ ਅਸੀਂ ਸਿੱਖ ਨਹੀਂ ਬਣ ਰਹੇ, ਫਿਰ ਵੀ ਅਸੀਂ ਅੰਮ੍ਰਿਤ ਨਹੀਂ ਪਾਨ ਕਰ ਰਹੇ, ਫਿਰ ਵੀ ਅਸੀਂ ਗੁਰੂ ਵਾਲੇ ਨਹੀਂ ਬਣ ਰਹੇ। ਗੁਰੂ ਦੀ ਜੋ ਉਪਦੇਸ਼ ਉਹਨੂੰ ਮੰਨਣ ਨੂੰ ਤਿਆਰ ਨਹੀਂ, ਆਪਦੇ ਚਲਾਏ ਹੋਏ ਸਾਰਾ ਕੁਛ। ਸੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਕਿ ਉਹ ਤਾਂ ਗਰੀਬ ਹੈ ਜਿਹਨੇ ਨਾਂ ਭੁਲਾਤਾ। ਸੋ ਉਸ ਅਕਾਲ ਪੁਰਖ ਸਾਥ ਸਾਥ ਸਿਮਰੋ ਗੋਬਿੰਦ ਵਾਲੀ, ਉਹ ਤੋਂ ਮੰਗਣੀ ਹੈ ਮੰਗ। ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਂਡੀਐ। ਜਿਹਨੂੰ ਨਾਮ ਵਿਸਰ ਗਿਆ ਉਹ ਫਿਰ ਹੜਾਉਂਦਾ ਕਿੰਨੀਆਂ ਜੂਨਾਂ, ਉਹਨੂੰ ਪਤਾ। ਸੋ ਜੋਨੀ ਹਾਂਡੀ ਹੈ, ਭਟਕਦਾ ਰਹਿੰਦਾ। ਕੀ ਪਤਾ ਹੁਣ ਕਿੰਨੀਆਂ ਕਵਰ ਹੋ ਗਿਆ, ਕਿੰਨਾ ਕੁ ਬਾਕੀ ਹੈ, ਕੁਛ ਨਹੀਂ ਕਿਸੇ ਨੂੰ ਇਸ ਸਫ਼ਰ ਬਾਰੇ ਪਤਾ। ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ। ਡੰਡ ਵੀ ਭੋਗਦਾ ਜਮ ਦਾ। ਕਿਉਂ? ਕਿਉਂਕਿ ਖਸਮ ਵਸਾਰ ਦਿੱਤਾ। ਖਸਮ ਨੇ ਮਾਲਕ ਪਰਮਾਤਮਾ, ਅਸੀਂ ਜੀਵ ਆਤਮਾਵਾਂ, ਸਾਰੀਆਂ ਜੀਵ ਇਸਤਰੀਆਂ, ਅਕਾਲ ਪੁਰਖ ਵਾਹਿਗੁਰੂ ਸਾਡਾ ਖਸਮ ਹੈ। ਜੇ ਉਹ ਹੀ ਭੁਲਾ ਦਿੱਤਾ ਫਿਰ ਕੀ ਰਹਿ ਗਿਆ ਸਾਡੇ ਕੋਲ? ਕੁਛ ਵੀ ਨਹੀਂ ਹੈ। ਉਸ ਦੇ ਆਸਰੇ ਤਾਂ ਤੁਰੇ ਫਿਰਦੇ, ਸਾਰਾ ਕੁਝ ਉਸੇ ਦੇ ਦਿੱਤਾ ਹੈ। ਇਸ ਤਰ੍ਹਾਂ ਦੁਨਿਆਵੀ ਤੌਰ 'ਤੇ ਜੇ ਪਤੀ ਪਤਨੀ ਦਾ ਮਿਲਾਪ ਸਹੀ ਚੱਲ ਰਿਹਾ ਹੈ ਤਾਂ ਇੱਕ ਐਡਾ ਸੰਯੋਗ ਬਣਦਾ ਕਿ ਏਕ ਜੋਤ ਦੋਏ ਮੂਰਤੀ। ਇਹ ਕੇਵਲ ਤਨ ਦਾ ਸੌਦਾ ਨਹੀਂ ਹੈ ਮਾਫ ਕਰਨਾ, ਇਹ ਉਹ ਜੋਤ ਪਛਾਣਨ ਦਾ। ਕਿਉਂਕਿ ਜਿਹੜੀ ਇਹ ਇੱਕ ਅਰਧ ਸਰੀਰ ਮੰਨਿਆ ਗਿਆ, ਅਰਧ ਸਰੀਰੀ ਮੋਖ ਦੁਆਰੇ, ਮੁਕਤੀ ਦਾ ਦਰਵਾਜ਼ਾ ਮੰਨਿਆ ਗਿਆ। ਬਾਕੀ ਧਰਮ ਤਾਂ ਕਹਿੰਦੇ ਮੁਕਤੀ ਨਹੀਂ ਦਿੰਦੇ, ਇਸਤਰੀਆਂ ਨੂੰ ਮਾਨਤਾ ਨਹੀਂ ਦਿੰਦੇ। ਅਤੇ ਕੀ ਭਾਈ ਗੁਰਦਾਸ, ਅਰਧ ਸਰੀਰੀ ਮੋਖ ਦੁਆਰੀ, ਇਹ ਤਾਂ ਮੁਕਤੀ ਦਾ ਦਰਵਾਜ਼ਾ ਹੈ। ਅੱਧਾ ਸਰੀਰ ਮੰਨਿਆ ਗਿਆ ਉਸ ਪ੍ਰਾਣੀ ਦਾ। ਸੋ ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰਨ, ਕਿਰਪਾ ਕਰਨ ਕਿ ਇਸ ਤਰ੍ਹਾਂ ਬੱਚੇ ਨੂੰ ਸਿੱਖਿਆ ਦੇਣ ਦੀ ਸਾਡੀ ਗੱਲ ਬਣਦੀ ਹੈ ਕਿ ਇਹ ਨਹੀਂ ਬਸ ਉਹਨੂੰ ਇਹ ਲੱਗਦਾ ਜੀ ਬਸ ਸ਼ਬਦ ਪੜ੍ਹਤਾ ਭਾਈ ਸਾਹਿਬ ਨੇ, ਪੱਲਾ ਪਕੜਾਤਾ, ਸਾਡਾ ਕੰਮ ਖਤਮ ਹੈ। ਜਾਣਕਾਰੀ ਕੀ ਦੇਣਾ ਚਾਹੁੰਦੇ ਨੇ, ਉਹਦੇ ਵਿੱਚ ਉਪਦੇਸ਼ ਕੀ ਹੈ, ਇਹ ਪੱਲੇ ਫੜਨ ਦਾ ਮਤਲਬ ਕੀ ਹੈ, ਛੱਡਣਾ ਨਹੀਂ ਕਦੇ। ਫਿਰ ਹੁਣ ਦੇਖੋ ਦੋ ਸ਼ਬਦ ਆਉਂਦੇ ਨੇ। ਜੇ ਕੋਈ ਲੜਕੀ ਰੁੱਸ ਕੇ, ਮਾਫ ਕਰਨਾ ਸਮਝਾਉਣ ਖਾਤਰ ਹੈ, ਆਪਣੇ ਸਹੁਰੇ ਘਰ ਤੋਂ ਪੇਕੇ ਜਾ ਕੇ ਬਹਿ ਗਈ, ਆਪਾਂ ਉਹਨੂੰ ਕੀ ਕਹਿੰਦੇ ਹਾਂ? ਆਪਾਂ ਇਹ ਨਹੀਂ ਕਹਿੰਦੇ ਮਿਲਣ ਆਈ ਹੋਈ ਹੈ, ਆਪਾਂ ਕੀ ਕਹਿੰਦੇ ਹਾਂ ਵੀ ਪੇਕੇ ਘਰੇ ਬੈਠੀ ਹੈ। ਐਂ ਕਹਿੰਦੇ ਹਾਂ, ਐਂ ਤਾਂ ਨਹੀਂ ਕਹਿੰਦੇ ਮਿਲਣ ਆਉਣਾ ਹੋਰ ਚੀਜ਼ ਹੈ। ਰੁੱਸ ਕੇ ਉੱਥੋਂ ਭੱਜ ਕੇ ਆ ਕੇ ਘਰੇ ਮਾਂ ਬਾਪ ਕੋਲ ਬੈਠਣਾ ਹੋਰ ਚੀਜ਼ ਹੈ। ਸੋ ਜਦੋਂ ਆਪਸ ਇਸ ਤਰ੍ਹਾਂ ਦਾ ਕੋਈ ਕਲਾ ਕਲੇਸ਼ ਚੱਲ ਪਿਆ ਤਾਂ ਨੌਬਤ ਇੱਥੇ ਤੱਕ ਆ ਜਾਂਦੀ ਹੈ ਕਿ ਉਹਦਾ ਨਾਂ ਛੁੱਟੜ ਵੀ ਪੈ ਜਾਂਦਾ ਕਿ ਵੀ ਛੱਡ ਦਿੱਤੇ ਹੈ। ਉਸ ਨੂੰ ਕੋਈ ਵੀ ਸਮਾਜ ਦੇ ਲੋਕ, ਚਾਹੇ ਗਲਤੀ ਕਿਹਦੇ ਵਿੱਚ ਹੈ, ਬਾਅਦ ਦਾ ਵਿਸ਼ਾ, ਸਤਿਕਾਰ ਦੀਆਂ ਨਿਗਾਹਾਂ ਨਾਲ ਨਹੀਂ ਦੇਖਦੇ। ਮੰਨਦੇ ਆ ਵੀ ਇਹ 'ਚ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ, ਹੋ ਸਕਦਾ ਉਹਨਾਂ 'ਚ ਵੀ ਹੋਵੇ ਸਾਰੀ। ਪਰ ਇਹ ਮੰਨਿਆ ਜਾਂਦਾ ਕਿ ਵੀ ਲੜਕੀ ਦੇ ਵਿੱਚ ਵੀ ਉਹ ਜੋ ਨਿਬਨ ਸੋ ਅੱਖਰ ਖਾਵਣ ਗੁਰ ਜੇਵਾ ਮਣੀਆਂ ਮੰਤ ਵਾਲੀ, ਕਿਤੇ ਕੋਈ ਪ੍ਰੋਬਲਮ ਹੋ ਸਕਦੀ ਹੈ, ਕੋਈ ਘਾਟ ਰਹਿ ਸਕਦੀ ਹੈ। ਹੁਣ ਜੇ ਇਹ ਕੁਦਰਤ ਦਾ ਸੰਯੋਗ ਵਿਯੋਗ ਦੋ ਕਾਰ ਚਲਾਵੇ, ਮੰਨ ਲਓ ਕੋਈ ਇਸ ਤਰ੍ਹਾਂ ਦੀ ਕਿਸੇ ਨਾਲ ਘਟਨਾ ਹੋ ਗਈ
ਉਹਨੂੰ ਨਹੀਂ ਉਹਦੇ ਤਾਂ ਪਤਾ ਤਾਂ ਲੋਕਾਂ ਦਾ ਸਤਿਕਾਰ ਜਾਂ ਆਦਰ ਬਣਦਾ ਵੀ ਚੱਲ ਵੀ ਇਹਦੇ ਵਿਚਾਰੇ ਨਾਲ ਐਂ ਹੋ ਗਿਆ, ਵਿਧਵਾ ਹੋ ਗਈ, ਆਹ ਹੋ ਗਿਆ। ਉਹਨੂੰ ਨਹੀਂ ਉਸ ਤਰ੍ਹਾਂ ਦੀ ਨਜ਼ਰਾਂ ਨਾਲ ਦੇਖਦਾ ਕੋਈ, ਕਿਉਂਕਿ ਉਹ ਤਾਂ ਕੁਦਰਤ ਦਾ ਹੁਕਮ ਹੈ। ਪਰ ਜਿਹੜੀ ਛੱਡੀ ਹੈ ਉਹਦੇ ਪ੍ਰਤੀ ਆਪਾਂ ਕਿਵੇਂ ਕਰਦੇ ਹਾਂ? ਕੋਈ ਸਮਾਜ 'ਚ ਉਹਨੂੰ ਆਦਰ ਦਿੰਦਾ? ਸੋ ਆਪਾਂ ਜੀਵ ਆਤਮਾ ਤਾਂ ਵਿਧਵਾ ਹੋ ਹੀ ਨਹੀਂ ਸਕਦੀਆਂ। ਕਿਉਂ? ਕਿਉਂਕਿ ਆਪਣਾ ਪਤੀ ਤਾਂ ਅਵਿਨਾਸ਼ੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾ ਆਵੇ ਨਾ ਉਹਦਾ ਹੈ ਹੀ ਉਸ। ਸੋ ਅਸੀਂ ਸਾਡਾ ਪਤੀ ਅਕਾਲ ਪੁਰਖ ਵਾਹਿਗੁਰੂ ਸਾਡੀ ਜੀਵ ਆਤਮਾ ਦਾ ਖਸਮ ਤਾਂ ਉਸ ਤਰ੍ਹਾਂ ਦੀ ਤਾਂ ਹੈ ਹੀ ਨਹੀਂ। ਅਸੀਂ ਛੁੱਟੜਾ ਐਂ ਮੰਨ ਸਕਦੇ ਹਾਂ, ਕਿਉਂਕਿ ਅਸੀਂ ਔਗੁਣ ਕਮਾਉਂਦੇ ਹਾਂ, ਇਸ ਕਰਕੇ ਉਹਦੇ ਨਾਲ ਸਾਡੀ ਗੱਲ ਨਹੀਂ ਬਣਦੀ। ਹੁਣ ਜੇ ਪਤੀ ਪਤਨੀ ਦੀ ਇਹਦੇ ਵਿੱਚ ਦੇਣੀ ਹੈ ਉਦਾਹਰਨ, ਤਾਂ ਇਹ ਗੱਲ ਸਹੀ ਹੋ ਸਕਦੀ ਹੈ, ਉੱਥੇ ਵੀ ਲਾਗੂ ਹੁੰਦੀ ਹੈ ਇਸ ਲੋਕ 'ਚ ਅਤੇ ਅੱਗੇ। ਇਹ ਇੱਕ ਮਿਲਾਪ ਦਾ ਸਾਧਨ ਹੈ ਇਹ ਸੰਯੋਗ। ਸੋ ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਜੋ ਇਸ ਤਰ੍ਹਾਂ ਉਹਨੂੰ ਸਜ਼ਾ ਦੀ ਭਾਗ ਮੰਨਣਾ ਪੈਂਦਾ। ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ ਮੈਨੇ ਗਿਣੇ ਜਾਂਦੇ ਹਨ। ਕੌਣ? ਜਿਹਨੂੰ ਖਸਮ ਚਿੱਤ ਨਹੀਂ ਆਉਂਦਾ ਉਹਨਾਂ ਨੂੰ ਰੋਗੀ ਗਿਣਿਆ ਜਾਂਦਾ, ਉਹਨੂੰ ਕਹਿੰਦੇ ਰੋਗੀ ਨੇ। ਪਰਮਾਤਮਾ ਨੂੰ ਭੁੱਲਣਾ ਬਹੁਤ ਵੱਡਾ ਰੋਗ ਹੈ ਆਪਦੇ ਆਪ 'ਚ ਹੀ। ਮਨੁੱਖ ਨੂੰ ਦਿੱਤਾ ਕੀ ਨਹੀਂ? ਸਭ ਤੋਂ ਉੱਤਮ ਜੂਨੀ ਦੇ ਕੇ ਉਹਨੂੰ ਨਵਾਜ਼ ਦਿੱਤਾ, ਸਭ ਕੁਛ ਉਹਨੂੰ ਦੇ ਦਿੱਤਾ, ਪਰ ਅਵੇਸਲਾ ਕੋਈ ਅੰਮ੍ਰਿਤ ਵੇਲਾ ਨਹੀਂ ਸੰਭਾਲ ਰਿਹਾ, ਕੁਛ ਵੀ ਨਹੀਂ। ਇਸ ਤਰ੍ਹਾਂ ਦੇ ਕੋਈ ਸੁੱਤੇ ਪਿਆ, ਉੱਠ ਨਹੀਂ ਸਕਦਾ। ਸੋ ਮਹਾਰਾਜ ਕਹਿੰਦੇ ਕਿ ਰੋਗੀ ਗੁਣ ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ। ਖਰੋ ਮੈਨੇ ਵੱਡਾ, ਖੱਖਾ ਰਾਰੇ ਨੂੰ ਹੋੜਾ, ਖਰੋ। ਅਹੰਕਾਰੀਆ ਮੈਨੇ ਵੱਡਾ, ਹੰਕਾਰ ਕਰਨ ਵਾਲਾ, ਹੰਕਾਰੀ। ਖਰੋ ਮੈਨੇ ਵੱਡਾ। ਸੋ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਚਿੱਤ 'ਚ ਨਹੀਂ ਹੈ ਉਹ ਬਹੁਤ ਵੱਡਾ ਹੰਕਾਰੀ ਬੰਦਾ ਹੈ। ਹੁਣ ਗੁਰੂ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿ ਇਹ ਭਾਈ, ਜੇ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਤੇਰਾ ਹੰਕਾਰ ਤੈਨੂੰ ਯਾਦ ਨਹੀਂ ਕਰਨ ਦਿੰਦਾ, ਤਾਂ ਤੂੰ ਰੋਗੀ ਹੈ। ਤੂੰ ਮੰਨ, ਤੈਨੂੰ ਸਾਹ ਤੂੰ ਕਿੱਥੋਂ ਕਿਵੇਂ ਲਵੇਂਗਾ? ਨਿਗਾਹ ਕੌਣ ਦੇ ਰਿਹਾ? ਬੋਲਣ ਦੀ ਸ਼ਕਤੀ ਕੌਣ ਦੇ ਰਿਹਾ? ਸੁਣਨ ਦੀ ਸ਼ਕਤੀ ਕੌਣ ਦੇ ਰਿਹਾ? ਖਾ ਲੈਣਾ ਪਹੁੰਚਾਉਣ ਦੀ ਸ਼ਕਤੀ ਕੌਣ ਦੇ ਰਿਹਾ? ਕੌਣ ਸਿਸਟਮ, ਕੌਣ ਤੈਨੂੰ ਉਠਾਉਂਦਾ? ਕੌਣ ਤੇਰੇ ਸੁੱਤੇ ਦੀ ਰਾਖੀ ਕਰਦਾ ਹੈ? ਆਪਦੇ ਆਪ ਜਾਊਂਗੇ ਆਪਾਂ ਤਾਂ ਇਹ ਨਹੀਂ ਹੈ। ਸੋ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਵੱਡਾ ਹੰਕਾਰੀ ਉਹ ਹੈ ਜਿਹਦੇ ਚਿੱਤ 'ਚੋਂ ਚੇਤੇ 'ਚੋਂ ਅਕਾਲ ਪੁਰਖ ਵਾਹਿਗੁਰੂ ਵਿਸਰਿਆ ਸੀ। ਸਿੱਖ ਦਾ ਤਾਂ ਗੁਰੂ ਦਾ ਨਾਤਾ ਹੀ ਇਹ ਹੈ ਕਿ ਹਰ ਸਮੇਂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀਂ ਹੋਰ, ਮੇਰਾ ਕੋਈ ਹੈ ਹੀ ਨਹੀਂ ਹੋਰ। ਆਪਣਾ ਕਿਸੇ ਦਾ ਵੀ ਮਾਫ਼ ਕਰਨਾ, ਜੋ ਸਿੱਖ ਮੱਤ ਦੇ ਧਰਮ ਨੂੰ ਮੰਨਦਾ ਹੈ, ਜੋ ਇਸ ਫਲਸਫੇ ਨੂੰ ਮੰਨਦਾ ਹੈ, ਗੁਰੂ ਤੋਂ ਉੱਪਰ ਨਹੀਂ ਕੁਛ ਵੀ। ਸੋ ਗੁਰੂ ਨੇ ਇਸ ਤਰ੍ਹਾਂ ਦੀ ਕਿਰਪਾ ਕਰਨੀ ਹੈ। ਤੈਡੀ ਬੰਦਿਸ਼ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਡਿੱਠਾ ਮੈਨੇ ਵੇਖਿਆ ਹੀ ਨਹੀਂ ਮੈਂ ਕੋਈ ਹੋਰ ਇਹੋ ਜਿਹਾ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦੇ। ਸੋ ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਦੀ ਲਾਸਟ ਪੰਕਤੀ ਹੈ, ਸੋਈ ਦਹੇਲਾ ਜਗ ਜਿਨ ਨਾਉ ਵਿਸਾਰਿਆ। ਦੁਹੇਲਾ ਮੈਨੇ ਦੁਖੀ, ਦੱਦੇ ਨੂੰ ਔਕੜ, ਹਾਹੇ ਨੂੰ ਲਾਵਾਂ, ਲੱਲੇ ਨੂੰ ਕੰਨਾ। ਸੋਈ ਮੈਨੇ ਉਹ ਦੁਖੀ ਹੈ ਜੱਗ ਦੇ ਵਿੱਚ। ਕੌਣ? ਜਿਨ ਨਾਉ ਵਿਸਾਰਿਆ, ਜਿਹੜੇ ਨਾਂ ਨੂੰ ਭੁੱਲ ਗਏ। ਇਸ ਲਈ ਸਾਨੂੰ ਹੁਕਮ ਤਾਂ ਦੋ ਵਾਰੀ ਹੈ ਸੰਗਤ ਦਾ, ਸਵੇਰੇ ਅਤੇ ਸ਼ਾਮ। ਸ਼ਾਮ ਦਾ ਵੇਲਾ ਰਹਿਰਾਸ ਦੇ ਪਾਠ ਨਾਲ, ਸਵੇਰੇ ਦਾ ਜਪਜੀ ਸਾਹਿਬ ਦੇ ਪਾਠ ਨਾਲ। ਦਿਨ ਵੇਲੇ ਜਿੰਨਾ ਵੱਧ ਤੋਂ ਵੱਧ ਸਮਾਂ ਮਿਲਦਾ ਪੜ੍ਹੀ ਜਾ ਸਕਦੀ ਹੈ ਬਾਣੀ, ਸੁਣਨ ਦਾ ਮਤਲਬ ਸੁਣੀ ਜਾ ਸਕਦੀ। ਅਸੀਂ ਕਿਰਤ ਬਿਰਤ ਕਰਦੇ ਹਾਂ, ਕਰਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਾਂ ਸਾਰੇ ਜੁੜ ਸਕਦੇ ਹਾਂ। ਭੋਜਨ ਛਕਣਾ ਪਹਿਲਾਂ ਯਾਦ ਕਰੋ ਉਹਨੂੰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ਼। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ। ਕਰੋ ਬੇਨਤੀ ਵੀ ਤੇਰਾ ਦਿੱਤਾ ਖਾਂਦਾ ਮੈਂ, ਬਸ ਹੋ ਗਿਆ, ਯਾਦ ਹੋ ਗਿਆ। ਵਸਤਰ ਪਹਿਨਣੇ ਨੇ, ਪਹਿਲਾਂ ਬਜ਼ੁਰਗਾਂ ਦੀਆਂ ਬੜੀਆਂ ਵਧੀਆ ਕਈ ਸੰਸਕਾਰ ਦਿੱਤੇ ਹੁੰਦੇ ਸੀ ਵੀ ਨਵਾਂ ਲਿਆਇਆ ਪਹਿਲਾਂ ਧਰਤੀ ਨਾਲ ਲਾ ਦੇ, ਥੱਲੇ ਲਾ ਕੇ ਫਿਰ ਮੱਥੇ ਨਾਲ ਲਾ ਕੇ ਫਿਰ ਪਹਿਨਣਾ। ਉਹਦਾ ਕੋਈ ਭਾਵ ਇਹੀ ਸੀ, ਸੰਕੇਤ ਸੀਗਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਜਿਸ ਨੇ ਸਾਰਾ ਸਿਸਟਮ ਬਣਾਇਆ। ਕੋਈ ਵਸਤਰ ਪਹਿਨਦੇ ਉਦੋਂ ਵੀ ਇਸ਼ਨਾਨ ਕਰ, ਹਰ ਸਮੇਂ ਕਰਦੇ ਆਪਾਂ ਉਹਨੂੰ ਯਾਦ ਕਰਦੇ ਹਾਂ ਵੀ ਤੇਰੇ ਕਰਕੇ ਹੋ ਰਿਹਾ ਸਾਰਾ ਕੁਛ। ਸੋ ਜਿਸ ਨੂੰ ਵਿਸਰ ਗਿਆ, ਸੋਈ ਦਹੇਲਾ ਜਗ ਜਿਨ ਨਾਉ ਵਿਸਾਰਿਆ। ਸੋ ਮਹਾਰਾਜ ਸਾਡੇ 'ਤੇ ਕਿਰਪਾ ਬਣਾਉਣ, ਬਖਸ਼ਿਸ਼ ਕਰਨ। ਉਹਨੇ ਕੀਤੀ ਹੋਈ ਹੈ ਭਈ ਪ੍ਰਾਪਨ ਮਾਨੁਖ ਦੇਵਰੀ ਹੈ, ਦਿੱਤੀ ਹੋਈ ਹੈ ਨੇ। ਹੁਣ ਅੱਗੇ
ਜੋ ਕਰਮ ਨੇ ਉਹ 'ਚ ਸਾਨੂੰ ਸੁਤੰਤਰ ਕੀਤਾ ਛੱਡਿਆ। ਜਨਮ ਮਰਨ 'ਚ ਸਾਡਾ ਕੋਈ ਜ਼ੋਰ ਨਹੀਂ ਹੈ, ਪਰ ਕਰਮ ਕਰਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸੁਤੰਤਰ ਛੱਡਿਆ ਹੈ, ਉਹ ਰੋਕਦਾ ਨਹੀਂ ਹੈ। ਕੋਈ ਮਰਜ਼ੀ ਆ ਕਿਸੇ ਨੂੰ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜੋ ਜਗ ਮੈਂ ਬਿਰਲੇ ਨੇ ਜਿਹੜੇ ਉੱਤਮ ਇਹ ਗੱਲ ਦੀ ਪ੍ਰਾਪਤੀ ਕਰਦੇ ਨੇ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਹੁਣ ਕੋਈ ਰਾਹ 'ਤੇ ਚੱਲ ਕੇ ਕੋਈ ਫਿਰ ਜੂਨੀ ਹੁੰਡੀ ਜਾਂਦਾ। ਜੇ ਸਹੀ ਰਸਤੇ 'ਤੇ ਚੱਲ ਪਿਆ ਤਾਂ ਸਫ਼ਰ ਮੁੱਕ ਜੂਗਾ। ਲਾਵਾਂ ਦਾ ਸਫ਼ਰ ਵੀ ਇਹੀ 4 ਪੜਾਅ ਨੇ ਕਿ ਪ੍ਰਵਿਰਤ ਜੋ ਕਰਮ ਨੇ ਉੱਥੋਂ ਸ਼ੁਰੂ ਕਰਕੇ ਸਹਿਜ ਤੱਕ ਜਾਣਾ, ਇਹ 4 ਨੇ। ਕੱਲ੍ਹ ਆਪਾਂ ਨੇ ਵਿਚਾਰਾਂ ਕੀਤੀ ਸੀ, ਮਹਾਰਾਜ ਨੇ ਕਿਰਪਾ ਕੀਤੀ। ਸੋ ਕਿੱਥੋਂ ਚੱਲਣਾ, ਕਿੱਥੇ ਜਾ ਕੇ ਸਾਡੀ ਮੰਜ਼ਿਲ 'ਤੇ ਅਸੀਂ ਪਹੁੰਚਣਾ। ਜੋ ਇਹ ਸ਼ਬਦ ਨੇ ਪੱਲੇ ਤੁਹਾਡੇ ਲਾਗੀ, ਇਹਦਾ ਵੀ ਵਿਚਾਰ ਅੱਜ ਆਪਾਂ ਨੇ ਮਹਾਰਾਜ ਦੀ ਕਿਰਪਾ ਨਾਲ ਕੀਤਾ। ਸੋ ਇੱਕ ਵਿਆਹ ਹੋਆ ਮੇਰੇ ਬਾਬਲਾ, ਮਹਾਰਾਜ ਕਿਰਪਾ ਕਰਨ ਉਹ ਵਿਚਾਰਾਂਗੇ ਸੰਗਤ ਰੂਹ ਦੇ ਵਿੱਚ। ਸੋ ਇਹ ਸਾਡੇ ਲਈ ਇੱਕ ਸੇਧ ਨੇ, ਇੱਕ ਬਖਸ਼ਿਸ਼ ਹੈ ਗੁਰੂ ਦਾ ਉਪਦੇਸ਼ ਕਿ ਜੀਵਨ ਦੀ ਅਗਵਾਈ ਹੈ ਸਾਡੇ ਲਈ ਕਿ ਕਿਵੇਂ ਤਾਂ ਜੀਵਨ ਜਾ ਸਿੱਖ ਕੇ ਅੱਗੇ ਨਿਭਾਉਣਾ ਹੈ। ਸੋ ਫੋਕੀਆਂ ਸਿਖਾਵਾਂ ਪੜ੍ਹਨੀਆਂ, ਹੋਰ ਕੁਛ ਕਰਨਾ ਉਹਦਾ ਕੋਈ ਫਾਇਦਾ ਨਹੀਂ ਹੈ। ਬੱਚੇ ਬੱਚੀ ਦੇ ਲਈ ਇਹ ਸਮਾਂ ਕੱਢ ਕੇ ਆਉਣਾ ਚਾਹੀਦਾ ਕਿ ਅੱਧਾ ਘੰਟਾ 35-40 ਮਿੰਟ ਉਹਨੂੰ ਜਾਂ ਤਾਂ ਪਹਿਲਾਂ ਹੀ ਸੁਣਾਇਆ ਜਾਵੇ, ਜਾਂ ਉਸ ਤਰ੍ਹਾਂ ਦਾ ਵਿਧਾਨ ਗੁਰੂ ਘਰ ਦੇ ਵਿੱਚ ਰੱਖਣਾ ਚਾਹੀਦਾ ਕਿ ਉਸ 'ਤੇ ਜ਼ਰੂਰ ਲਾਉਣੇ ਚਾਹੀਦੇ 10-15 ਮਿੰਟ ਕਿ ਭਈ ਆਹ ਮਸਲਾ ਹੈ, ਆਹ ਲਾਵਾਂ ਜਿਹੜੀਆਂ ਕਰਾ ਰਿਹਾ, ਜਿਹੜਾ ਤੈਨੂੰ ਪੱਲਾ ਪਕੜਾ ਰਿਹਾ, ਜਿਹੜਾ ਵਿਆਹ ਹੋਆ ਮੇਰਾ ਬਾਬਲਾ, ਇਹਦਾ ਮਤਲਬ ਆਹ ਹੈ। ਹੁਣ ਤੁਸੀਂ ਦੇਖੋ ਕਿਵੇਂ ਨਿਭਾਉਂਦੇ ਹੋ ਧਰਮ ਨੂੰ, ਗ੍ਰਹਿਸਥੀ ਧਰਮ ਨੂੰ, ਤਾਂ ਬਹੁਤ ਕੁਛ ਫਰਕ ਪੈ ਜਾਣਾ, ਚੇਂਜ ਹੋ ਜਾਣੀ ਹੈ। ਹੁਣ ਤਾਂ ਪਤਾ ਹੀ ਕੁਛ ਨਹੀਂ ਹੈ, ਉਹਨੂੰ ਤਾਂ ਸਿਰਫ ਇਹ ਲੱਗਦਾ ਵੀ ਬਸ ਫਟਾਫਟ ਇਹ ਕੰਮ ਨਿਬੇੜੋ ਜੀ, ਚਲੋ ਜੀ ਜਲਦੀ ਕਰੋ। ਸੋ ਮਾਫ਼ ਕਰਨਾ, ਇਹ ਕੋਈ ਸਮੇਂ ਦੀ ਬੰਦਿਸ਼ ਨਹੀਂ ਹੈ। ਤੁਸੀਂ ਆਰਾਮ ਨਾਲ ਆ ਸਕਦੇ ਹੋ 7 ਵਜੇ 8 ਵਜੇ 9 ਵਜੇ, ਇਹ ਕੋਈ ਨਹੀਂ ਹੈ ਵੀ 4 ਵਜੇ ਭੱਜਣਾ। ਹੁਣ ਮਾਫ਼ ਕਰਨਾ, ਮਾਫ਼ੀ ਮੰਗ ਲਾ ਪਹਿਲਾਂ, ਉਹ ਵਧੀਆ ਗੱਲ ਹੈ, ਚਲੋ ਅੰਮ੍ਰਿਤ ਵੇਲੇ ਆਉਂਦੇ ਨੇ, ਪਰ ਅੰਮ੍ਰਿਤ ਵੇਲੇ ਜੇ ਅੰਮ੍ਰਿਤ ਵੇਲੇ ਦਾ ਮਰਿਆਦਾ ਨਿਭਾਉਣੀ ਹੈ ਫਿਰ ਕੀ ਕਰਨਾ ਹੈ? ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਸੁਣਾਓ ਜੋੜੀ ਨੂੰ ਸਾਰੀ ਨੂੰ, ਫਿਰ ਪੜ੍ਹੋ ਆਨੰਦ ਕਾਰਜ। ਜਿਵੇਂ ਸਾਡੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ 'ਚ ਬੈਠਾ, ਉਹਨਾਂ ਨੇ ਆਪ ਆਨੰਦ ਕਾਰਜ ਇਸ ਤਰ੍ਹਾਂ ਕਰਾਏ। ਪੜ੍ਹੋ, ਸੁਣੋ, ਲਾਓ ਘੰਟਾ, ਹੁਣ ਟਾਈਮ ਤਾਂ 5 ਮਿੰਟ ਨਹੀਂ। ਕੰਮ ਕੀ ਹੈ ਵੀ ਜਲਦੀ ਜਲਦੀ ਨਿਬੇੜ ਕੇ ਇਹ ਕੰਮ ਜਿਹੜਾ ਭਾਰ ਜਿਹਾ ਲੱਗਦਾ ਇਹਨੂੰ ਨਿਬੇੜੋ ਛੇਤੀ, ਬਾਕੀ ਸਾਰਾ ਦਿਨ ਫਰੀ ਆ, ਹੁਣ ਮਰਜ਼ੀ ਕਰਾਂਗੇ। ਜੇ ਭਾਵਨਾ ਮਾਫ਼ ਕਰਨਾ ਸ਼ੁੱਧ ਨਹੀਂ ਹੈ ਭਾਵਨਾ। ਜੇ ਤਾਂ ਇਹ ਹੈ ਕਿ ਮੈਂ ਗੁਰੂ ਦੇ ਅੱਗੇ ਜਾ ਕੇ ਮੈਂ ਟਾਈਮ, ਚਲੋ ਉਦੋਂ ਪਤਾ ਨਹੀਂ ਲੇਟ ਹੋ ਜਾ ਕੁਛ ਹੋ ਗਿਆ, ਘੰਟਾ ਅੱਧਾ ਘੰਟਾ ਲਾਵਾਂ, ਲਾ ਲਓ 2 ਘੰਟੇ, ਕੀ ਹੁੰਦਾ, ਲਾ ਲਓ ਘੰਟਾ। ਇਹ ਕਦੇ ਰੋਜ਼ ਵਾਲਾ ਕੰਮ ਤਾਂ ਹੈ ਨਹੀਂ ਮਾਫ਼ ਕਰਨਾ। ਜਨਮ ਵੀ ਘੇਰਾ ਹੋਣਾ, ਮੌਤ ਵੀ ਘੇਰਾ ਹੋਣੀ ਹੈ। ਇਹ ਸੰਸਕਾਰ ਤਾਂ ਇੱਕ ਵਾਰੀ ਨੇ ਚਾਰੇ, ਜਨਮ ਸੰਸਕਾਰ, ਮਰਨ ਸੰਸਕਾਰ, ਆਨੰਦ ਵਾਲਾ, ਧਰਮ ਵਾਲਾ, ਚਾਰੇ ਨੇ ਸਾਡੇ ਕੋਲ। ਅਤੇ ਉਹਦੇ ਲਈ ਦੇਖੋ ਸਮਾਂ ਕਿੱਡਾ, ਜੇ 25-30 ਸਾਲ ਵੇਟ ਕਰਦਾ ਹੈ, 25-30 ਸਾਲਾਂ ਬਾਅਦ 10-20 ਮਿੰਟ ਗੁਰੂ ਦੇ ਕੋਲੇ ਬੈਠਣਾ ਕਿੰਨਾ ਔਖਾ ਲੱਗਦਾ। ਇਹ ਇੱਕ ਸੀ ਵੀ ਜੇ ਬਰਾਤ ਨਾਲ ਆਉਂਦੀ ਹੈ ਨਾ, 150 ਬੰਦਾ ਹੁੰਦਾ, ਸਾਰੇ ਸ਼ਾਮਲ ਹੁੰਦੇ ਸੀ ਵਿੱਚ, 100 ਬੰਦਾ। ਪਹਿਲਾਂ ਘਰੇ ਵੀ ਚੱਲਦੇ ਰਹੇ ਨੇ, ਬੈਠੇ ਨੇ ਵੀਰ ਮਾਈਆਂ ਸਾਡੀਆਂ ਵੱਡੀਆਂ, ਘਰੇ ਹੋ ਜਾਂਦੇ ਸੀ ਆਨੰਦ ਕਾਰਜ। ਤਾਂ ਸਾਰੇ ਨਗਰ ਦੇ ਵਿਅਕਤੀ ਵਿੱਚ ਕੀ ਹੁੰਦੇ, ਅਰਦਾਸ 'ਚ ਸ਼ਾਮਲ ਹੁੰਦੇ ਕਿ ਨਾ, ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਵੀ ਇਸ ਭਾਗੀ ਜੋੜੀ 'ਤੇ ਮੇਰੇ ਭਰੇ ਹੱਥ ਰੱਖੋ, ਸਾਰੇ ਸ਼ਾਮਲ ਹੁੰਦੇ 100 ਦੇ 100 ਬੰਦੇ। ਹੁਣ ਕੀ ਹੋ ਗਿਆ ਵੀ ਸਿਆਣੇ ਵਗ ਜਾਓ, ਸਿਆਣੇ ਬਾਕੀ ਬੌਲੇ ਹੈ। ਜਿਹੜਾ 100 ਬੰਦਾ ਚੱਕੀ ਫਿਰ ਤਾਂ ਬੌਲੇ ਨੇ, ਉਹ ਮਾਫ਼ ਕਰਨਾ, ਉਹ ਸਿਆਣੇ ਵਗ ਜਾਓ। 4 ਬਹੁਤ ਉੱਥੇ ਬਾਹਲਿਆਂ ਤੋਂ ਕੀ ਕਰਾਉਣਾ, 4 ਦੀ ਵਾਧੂ ਉਹ ਵੀ ਸੁਣੀ ਜਾਊਗੀ। ਸੋ ਅਸੀਂ ਮਰਿਆਦਾਵਾਂ ਤੋਂ ਕੱਟ ਰਹੇ ਹਾਂ। ਉਹ ਵਿਅਕਤੀ ਨੂੰ ਸਿਰਫ ਉਹ ਵਿਅਕਤੀ ਦੇ ਨਾਲ ਤਾਂ ਸੀਗੇ ਵੀ ਅਰਦਾਸ ਸ਼ਾਮਲ ਹੋਣ, ਹੋਰ ਨਾਲ ਉਹ ਵੀ ਸਾਰੇ ਹੋਣ, ਸਾਡੇ ਚਾਚੇ ਤਾਏ ਸਾਰੇ ਸ਼ਾਮਲ ਹੋਣ, ਸਾਰੇ ਗੁਰੂ ਕੇ ਨਤਮਸਤਕ ਹੋਣ। ਸੋ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ ਸਾਡੇ 'ਤੇ। ਇਸ ਲਈ ਇਹ ਵਿਧਾਨ ਮੰਨਣਾ ਚਾਹੀਦਾ ਕਿ ਟਾਈਮ। ਦੂਜੀ ਗੱਲ, ਮਾਈਆਂ ਨੂੰ ਬੇਨਤੀ ਕਰਦਾ, ਪ੍ਰਬੰਧਕ ਵੀਰਾਂ ਨੂੰ, ਕਿ ਕਈ ਵਾਰੀ ਕਈ ਮਾਈਆਂ ਵਿਆਹ ਵਾਲੇ ਦਿਨ ਹੀ ਗੁਰਦੁਆਰੇ ਆਉਂਦੇ ਨੇ, ਕੇਵਲ ਆਨੰਦ ਕਾਰਜ ਵਾਲੇ ਸਮੇਂ ਆਉਂਦੀਆਂ ਨੇ। ਉਹ ਵੈਸੇ ਘੱਟ ਵੱਧ ਹੀ ਦਰਸ਼ਨ ਕਰਦੀਆਂ ਗੁਰੂ ਸਾਹਿਬ ਦੇ, ਉੱਥੇ ਉਹਨਾਂ ਨੇ ਆਪਦਾ ਸ਼ੁਰੂ ਕੀਤਾ ਹੁੰਦਾ। ਆਪਾਂ ਦੇਖਿਆ, ਕੱਲ੍ਹ ਵੀ ਦੇਖਿਆ, ਆਪਦਾ ਚਰੀ ਐਂ ਕਰ ਦਿਓ ਜੀ, ਪੱਲਾ ਠੀਕ ਕਰ ਦਿਓ ਜੀ, ਆਹ ਲੜ ਠੀਕ ਕਰ ਦਿਓ। ਕੋਈ ਹੁਕਮ ਨਹੀਂ ਸੁਣ ਰਹੇ ਗੁਰੂ ਸਾਹਿਬ ਦਾ, ਕੋਈ ਲਾਮ ਦੇ ਕੁਛ ਨਹੀਂ ਧਿਆਨ ਹੈਗਾ, ਕੋਈ ਰੋਕ ਟੋਕ ਵੀ ਨਹੀਂ। ਕੋਈ ਬੇ ਕੌਣ ਉਹਨਾਂ ਨੂੰ ਬਾਹਰੋਂ ਆਏ ਹੈ ਕਿ ਭਾਈ ਚੁੱਪ ਕਰੋ। ਗੁਰੂ ਦਰਬਾਰ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਵਰਤਣੀ ਚਾਹੀਦੀ ਹੈ। ਕੋਈ ਦੇਖੋ ਕਿਵੇਂ ਡਿਸਟਰਬ ਹੁੰਦੇ ਸੀ ਗੁਰੂ ਸਾਹਿਬ ਦੇ ਸਮੇਂ। ਉਸ ਨਦੀ ਦੀ ਘਟਨਾ ਇਤਿਹਾਸਕ ਘਟਨਾ ਹੈ ਕਿ ਮਹਾਰਾਜ ਸਾਨੂੰ ਆ ਪਾਣੀ ਦੀ ਆਵਾਜ਼ ਨਾ ਸਾਨੂੰ ਡਿਸਟਰਬ ਕਰਦੀ ਹੈ ਜਦੋਂ ਅਸੀਂ ਨਿਤਨੇਮ ਕਰਦੇ ਹਾਂ।
ਸੁਣਿਆ ਇਤਿਹਾਸ ਸਾਰਿਆਂ ਨੇ ਵੀ ਪਾਣੀ ਦੀ ਕਲ ਕਲ ਵਾਲੀ ਜਿਹੜੀ ਉੱਚੀ ਉੱਚੀ ਆਵਾਜ਼ ਹੈ ਨਾ ਵੀ ਸਾਨੂੰ ਸਹੀ ਨਹੀਂ ਲੱਗਦੀ। ਅਤੇ ਜਾਓ ਕਦੇ ਹੁਣ ਵੀ ਉੱਥੋਂ ਸ਼ਾਂਤ ਵਗਦਾ, ਉਹ ਕਹਿੰਦੇ ਕੋਈ ਨਹੀਂ, ਤੁਸੀਂ ਤੁਹਾਡਾ ਚਿੱਤ ਸ਼ਾਂਤ ਹੋ ਗਿਆ, ਇਹ ਸ਼ਾਂਤ ਵਗੂਗਾ। ਅਤੇ ਅਸੀਂ ਰੌਲਾ ਵੀ ਪਾਈ ਜਾਂਦੇ ਹਾਂ, ਸਾਰਾ ਕੁਛ ਕਰੀ ਜਾਂਦੇ ਹਾਂ, ਵਿੱਚ ਹੀ ਸੁਣੀ ਜਾਂਦੇ ਹਾਂ। ਇਹ ਮਾਫ਼ ਕਰਨਾ ਅਸੀਂ ਕਈ ਵਾਰੀ ਨਾ ਪਾਪ ਦੇ ਭਾਗੀ ਬਣਦੇ ਹਾਂ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਸੋ ਇਹ ਸ਼ਬਦਾਂ ਦੀ ਵਿਚਾਰ ਨਾਲ ਸਾਂਝ ਬਣਾਉਂਦੇ ਹੋਇਆ ਬੇਅੰਤ ਭੁੱਲਾਂ ਆਉਂਦੀਆਂ ਨੇ, ਅਨੇਕਾਂ ਤਰੁੱਟੀਆਂ ਰਹਿੰਦੀਆਂ ਨੇ, ਭੁੱਲਾਂ ਮੇਰੀਆਂ ਨੇ, ਉਪਦੇਸ਼ ਸਤਿਗੁਰ ਦਾ, ਭੁੱਲਾਂ ਬਖਸ਼ਦੀ ਨੇ ਜੀ। ਉਹਨਾਂ ਬੇਅੰਤ ਭੁੱਲਾਂ ਦੀ ਮਾਫੀ ਕਰ ਦੇਣਾ। ਸਤਿਗੁਰ ਸਮਰੱਥ ਨੇ ਬਖਸ਼ਣ ਯੋਗ ਨੇ, ਸੰਗਤ ਬਖਸ਼ਣ ਯੋਗ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।